ਵਾਹਿਗੁਰੂ ਸਾਹਿਬ ਜੀਓ। ਸਾਚਾ ਸਾਹਿਬ ਸਾਚ ਨਾਏ, ਭਾਖਿਆ ਭਾਉ ਅਪਾਰ। ਸਾਚਾ ਸਾਹਿਬ ਸਾਚ ਨਾਏ, ਭਾਖਿਆ ਭਾਉ ਅਪਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਚੌਥੀ ਪੌੜੀ ਦੀ ਦਾਤ ਬਖਸ਼ਿਸ਼ ਕਰ ਰਹੇ ਹਨ। ਧੰਨ ਗੁਰੂ ਨਾਨਕ ਦੇਵ ਸਾਹਿਬ ਦੀ ਕਿਰਪਾ ਨਾਲ ਹੁਣ ਤੱਕ 3 ਪੌੜੀਆਂ ਦੇ ਅਰਥ ਸਰਵਣ ਕੀਤੇ ਹਨ। ਸੋ ਇਸ ਸਥਾਨ ਤੇ ਇਹ ਗੁਰਾਂ ਨੇ ਮਾਣ ਬਖਸ਼ਿਸ਼ ਕੀਤਾ ਸੰਗਤ ਨੂੰ। ਸੋ ਗੁਰਦੁਆਰਾ ਸਾਹਿਬ ਸਿੱਖ ਸੈਂਟਰ ਐਲਸ ਬ੍ਰਾਂਟੇ, ਸਨ ਫਰਾਂਸਿਸਕੋ, ਕੈਲੀਫੋਰਨੀਆ ਦੇ ਵਿੱਚ ਜੋ ਸ਼ਹਿਰ ਹੈ, ਸੋ ਇਸ ਦੇ ਨਾਲ 40-50 ਕਿਲੋਮੀਟਰ ਦੀ ਦੂਰੀ ਤੇ ਐਲਸ ਬ੍ਰਾਂਟੇ ਪਹਾੜੀ ਦੇ ਉੱਤੇ ਬਣਿਆ ਬਹੁਤ ਸੁੰਦਰ ਸਥਾਨ ਹੈ। ਇਥੋਂ ਦੇ ਗੁਰਸਿੱਖ ਇਸ ਸਥਾਨ ਨੂੰ ਮਿੰਨੀ ਅਨੰਦਪੁਰ ਸਾਹਿਬ ਦਾ ਨਾਮ ਵੀ ਦਿੰਦੇ ਹਨ। ਔਰ ਰਾਤ ਨੂੰ ਜਦੋਂ ਖੜ ਕੇ ਦੇਖੀਏ ਪਹਾੜੀ ਦੇ ਉੱਪਰੋਂ, ਬਿਲਕੁਲ ਸ੍ਰੀ ਅਨੰਦਪੁਰ ਸਾਹਿਬ ਦਾ ਹੀ ਸੀਨ ਸਾਹਮਣੇ ਆ ਜਾਂਦਾ ਹੈ। ਬਹੁਤ ਸ਼ਾਂਤਮਈ ਮਾਹੌਲ ਔਰ ਬੜਾ ਆਨੰਦਮਈ ਮਾਹੌਲ, ਰਹਿਤ ਮਰਿਆਦਾ ਵਾਲੇ ਸਿੰਘ, ਸ਼ਾਂਤਮਈ ਸੰਗਤ, ਸ਼ਾਂਤਮਈ ਕਮੇਟੀ, ਮਲਾਪੜੇ ਸੁਭਾਅ ਵਾਲੇ। ਸੋ ਇਸ ਤਰ੍ਹਾਂ ਸਾਰਿਆਂ ਦੇ ਮਿਲਵਰਤਨ ਨਾਲ ਜਿੱਥੇ ਗੁਰਸਿੱਖਾਂ ਦੇ ਵਿੱਚ ਉਤਸ਼ਾਹ ਜਾਗਦਾ ਸੰਗਤ ਵਿੱਚ, ਉੱਥੇ ਰੇਡੀਓ ਵਾਲਿਆਂ ਅੰਦਰ ਵੀ ਉਤਸ਼ਾਹ ਜਾਗਿਆ ਹੈ। 1200-1400 ਚੈਨਲ ਤੇ ਅਤੇ ਸਾਰੇ ਥਾਵਾਂ ਤੇ ਸਿੱਧਾ ਲਾਈਵ ਟੀਵੀ ਦੇ ਉੱਤੇ ਕਥਾ ਆਉਣ ਦੀ ਵਿਚਾਰ ਵੀ ਚੱਲ ਰਹੀ ਸੰਗਤ ਦੀ। ਸੋ ਇਸ ਤਰ੍ਹਾਂ ਸੰਗਤ ਦੇ ਅੰਦਰ ਭਾਰੀ ਉਤਸ਼ਾਹ ਹੈ ਕਿ ਸਾਡੇ ਆਉਣ ਵਾਲੀ ਜਨਰੇਸ਼ਨ ਜਾਂ ਜਿਹੜੇ ਵੀਰ ਭੁੱਲ ਚੁੱਕੇ ਨੇ ਆਪਣੇ ਵਿਰਸੇ ਨੂੰ, ਇਤਿਹਾਸ ਨੂੰ, ਗੁਰਬਾਣੀ ਨੂੰ, ਅੰਮ੍ਰਿਤ ਕੀ ਹੈ, ਗੁੰਮਰਾਹ ਹੋ ਚੁੱਕੇ ਨੇ, ਉਹਨਾਂ ਵਾਸਤੇ ਇਹ ਗੁਰੂ ਘਰ ਇੱਕ ਚਾਨਣ ਮੁਨਾਰਾ ਹੋ ਕੇ, ਜਿਵੇਂ ਸਮੁੰਦਰੀ ਜਹਾਜ਼ ਦੂਰੋਂ ਸਰਚ ਲਾਈਟ ਦੇਖਦੇ ਨੇ ਕਈ ਮੀਲਾਂ ਤੋਂ, ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਬੇ ਏਰੀਆ ਕਿੱਧਰ ਹੈ ਅਤੇ ਸਾਡਾ ਜਹਾਜ਼ ਸਿੱਧਾ ਉਸ ਲਾਈਟ ਵੱਲ ਜਾਣਾ ਚਾਹੀਦਾ। ਇਸੇ ਤਰ੍ਹਾਂ ਹੀ ਗੁਰੂ ਘਰ ਜਿੱਥੇ ਉਪਦੇਸ਼ ਹੁੰਦਾ ਹੋਵੇ, ਸੰਸਾਰ ਸਾਗਰ ਦੇ ਵਿੱਚ ਭਟਕ ਰਹੀਆਂ ਰੂਹਾਂ ਲਈ ਵੀ ਬਹੁਤ ਭਾਰੀ ਇੱਕ ਸਰਚ ਲਾਈਟ ਦਾ ਕੰਮ ਕਰਦਾ, ਜਿੱਥੋਂ ਸੁਣ ਕੇ ਸੰਗਤਾਂ ਸੰਸਾਰ ਸਾਗਰ ਦੇ ਵਿੱਚ ਡੁੱਬਣ ਦੀ ਬਜਾਏ ਭਵਜਲ ਨੂੰ ਤਰਨਾ ਸਿੱਖ ਲੈਂਦੀਆਂ ਹਨ। ਸੋ ਇਸ ਤਰ੍ਹਾਂ ਮਹਾਰਾਜ ਨੇ ਬੜੀ ਕਿਰਪਾ ਕੀਤੀ ਹੈ। ਸੰਗਤਾਂ ਜਿੱਥੇ ਕਥਾ ਸੁਣਦੀਆਂ ਨੇ, ਉੱਥੇ ਨਾਲ ਮੁੱਖ ਵਿੱਚ ਵਾਹਿਗੁਰੂ ਮੰਤਰ ਦਾ ਅਭਿਆਸ ਕਰੋ ਅਤੇ ਸਵੇਰੇ ਸ਼ਾਮ ਦੁਪਹਿਰੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਅਰਦਾਸ ਕਰੋ। ਇਹ ਜੋ ਗੁਰੂ ਗ੍ਰੰਥ ਸਾਹਿਬ ਦੀ ਕਥਾ ਹੈ, ਇਤਿਹਾਸ ਦੀ ਕਥਾ ਹੈ, ਹੋਰ ਸਿੱਖਿਆਵਾਂ ਸੰਪੂਰਨ ਕਰ ਦੇਣ ਸੱਚੇ ਪਾਤਸ਼ਾਹ। ਇਹ ਕਥਾ ਮਹਾਰਾਜ ਜੀ ਸਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ। ਸੋ ਇਸ ਤਰ੍ਹਾਂ ਮਹਾਰਾਜ ਬਖਸ਼ਿਸ਼ ਕਰ ਰਹੇ ਨੇ ਚੌਥੀ ਪੌੜੀ, ਕਿਉਂਕਿ ਸਿੱਧਾਂ ਦੇ ਨਾਲ ਚਰਚਾ ਵੀ ਹੈ ਤੇ ਗੁਰਸਿੱਖਾਂ ਨੂੰ ਵੀ ਉਪਦੇਸ਼ ਹੈ। ਸਿੱਧਾਂ ਨੇ ਕਿਹਾ ਜਾਂ ਫਿਰ ਸਿੱਖਾਂ ਨੇ ਕਿਹਾ, ਜਗਿਆਸੂ ਨੇ ਕਿਹਾ, ਰੱਬ ਦੇ ਪਿਆਰੇ ਨੇ ਜਿਹਨੇ ਪ੍ਰਾਪਤੀ ਦੀ ਇੱਛਾ ਉਹਨੇ ਕਿਹਾ ਕਿ ਜਿਸ ਪ੍ਰਮਾਤਮਾ ਦੀ ਕਥਾ ਆਪਣੇ ਅਖਤ ਕਹੀ ਹੈ, ਕਥਨਾ ਕਥੀ ਨ ਆਵੈ ਟੋਟ, ਕਥ ਕਥ ਕਥੀ ਕੋਟੀ ਕੋਟ ਕੋਟ।
ਅਤੇ ਜੋ ਪਰਮੇਸ਼ਰ ਸਾਰਿਆਂ ਨੂੰ ਖਾਣ ਪਾਣ ਪਹਿਰਾਣ ਦਿੰਦਾ ਅਣਥੱਕ ਹੈ, ਉਹ ਮਾਲਕ ਹੈ ਕੈਸਾ, ਉਹਦੀ ਸਾਹਿਬੀ ਕਿੰਨੀ ਦੇਰ ਦੀ ਹੈ, ਉਹਦਾ ਨਾਮ ਕੈਸਾ ਹੈ, ਉਹਦੇ ਨਾਮ ਨੂੰ ਉਚਾਰਨਾ ਕਿੱਦਾਂ ਚਾਹੀਦਾ, ਉਹਦਾ ਅਸਲ ਵਿੱਚ ਨਾਮ ਹੈ ਕੀ, ਉਹ ਜੀਵਾਂ ਨੂੰ ਕਿਸ ਤਰ੍ਹਾਂ ਦਾਤਾਂ ਦਿੰਦਾ ਹੈ, ਉਹਦੇ ਅੱਗੇ ਭੇਟਾ ਕਿਹੜੀ ਰੱਖੀਏ ਜਿਸ ਕਰਕੇ ਉਹ ਸਾਹਿਬ ਪ੍ਰਸੰਨ ਹੋ ਜਾਣ ਅਤੇ ਉਹਨਾਂ ਦੇ ਸਰੂਪ ਦੇ ਦਰਸ਼ਨ ਹੋ ਜਾਣ, ਸੱਚਖੰਡ ਦਰਬਾਰ ਦੇ ਦਰਸ਼ਨ ਹੋ ਜਾਣ। ਤੋਂ ਸਤਿਗੁਰੂ ਮਹਾਰਾਜ ਨੇ ਫਿਰ ਉਹ ਸਾਰੇ ਜਵਾਬ ਇਸ ਪੌੜੀ ਦੇ ਵਿੱਚ ਬਖਸ਼ਿਸ਼ ਕੀਤੇ ਹਨ ਗੁਰਸਿੱਖਾਂ ਪ੍ਰਤੀ। ਕਹਿਣ ਤੋਂ ਭਾਵ ਕਿ ਦੁਨੀਆ ਦੇ ਅੰਦਰ ਜੋ ਵੀ ਮਨੁੱਖ ਹੈ, ਗੁਰਬਾਣੀ ਇੰਨੀ ਉੱਚੀ ਹੈ ਕਿ ਗੁਰਬਾਣੀ ਨੂੰ ਹਰ ਮਨੁੱਖ ਹੀ ਕਮਾ ਸਕਦਾ। ਗੁਰਬਾਣੀ ਇੰਨੀ ਸਰਲ ਤੇ ਸਾਦੇ ਢੰਗ ਨਾਲ ਸਾਨੂੰ ਦੱਸਦੀ ਹੈ ਕਿ ਅਸੀਂ ਬਿਲਕੁਲ ਸੌਖੇ ਢੰਗ ਨਾਲ ਗੁਰਬਾਣੀ ਦੀ ਕਮਾਈ ਕਰ ਸਕਦੇ। ਸੋ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਹਨ, ਸਾਚਾ ਸਾਹਿਬ ਸਾਚ ਨਾਏ। ਇਹਦੀ ਸੰਥਿਆ ਤੇ ਹੋਰ ਬਹੁਤ ਸਾਰੀਆਂ ਸਾਖੀਆਂ ਦਾਸ ਨਹੀਂ ਸੁਣਾਵੇਗਾ, ਉਹ ਵੱਡੀ ਸੀਡੀ ਸ਼ਰਵਣ ਕਰੋ। ਬਹੁਤ ਸੰਗਤ DVD ਦੇਖੇ ਸੱਤ ਬਾਣੀਆਂ ਦੀ 7.5 ਘੰਟਿਆਂ ਵਿੱਚ ਲਿਖ ਲਿਖ ਕੇ ਸਿਖਾਇਆ। ਫੇਰ ਵੀ ਜਿਵੇਂ ਸੱਸੇ ਕੰਨਾ ਹਾਹੇ ਸਿਹਾਰੀ ਬੱਬੇ ਔਂਕੜ ਸਾਹਿਬ ਸਾਚ ਨਾਏ, ਇਹਨਾਂ ਦਾ ਧਿਆਨ ਰੱਖਣਾ। ਮਹਾਰਾਜ ਕਹਿੰਦੇ ਉਹ ਸਾਹਿਬ ਪਰਮਾਤਮਾ ਮਾਲਕ ਜੋ ਸਾਹਿਬ ਹੈ ਸਾਰਿਆਂ ਦਾ, ਸੱਚਾ ਹੈ, ਉਹ ਸਾਚਾ ਸਾਹਿਬ। ਦੁਨੀਆ ਦੇ ਅੰਦਰ ਆਪਾਂ ਕਿਸੇ ਨੂੰ ਵੀ ਕਹਿੰਦੇ ਆ ਫਲਾਨਾ ਸਾਹਿਬ ਫਲਾਨਾ ਸਾਹਿਬ, ਜਦੋਂ 58 ਸਾਲ ਦੀ ਉਮਰ ਲੰਘ ਜਾਂਦੀ ਹੈ ਤਾਂ ਸਾਹਿਬ ਪੁਣਾ ਖਤਮ ਹੋ ਜਾਂਦਾ ਉਹਦਾ। ਰਿਟਾਇਰਮੈਂਟ ਤੋਂ ਬਾਅਦ ਕੋਈ ਸਾਹਿਬ ਨਹੀਂ ਕਹਿੰਦਾ ਉਹਨੂੰ। ਦੁਨੀਆ ਦੇ ਅੰਦਰ ਹੋਰ ਵੀ ਨੇ, ਸ਼ਕਤੀਆਂ ਵਾਲੇ ਵੀ ਨੇ, ਉਹਨਾਂ ਨੂੰ ਵੀ ਸਾਹਿਬ ਕਹਿੰਦੇ ਨੇ ਲੋਕ, ਫਲਾਨਾ ਸਾਹਿਬ ਫਲਾਨਾ ਸਾਹਿਬ। ਪਰ ਸਤਿਗੁਰੂ ਕਹਿੰਦੇ ਨੇ ਸਿਰਫ ਇੱਕ ਓੰਕਾਰ ਹੀ ਸੱਚਾ ਸਾਹਿਬ ਹੈ, ਬਾਕੀ ਤਾਂ ਸੀਕ ਹੈ ਸਾਹਿਬ ਕਹਿ ਕੇ ਬੁਲਾਉਂਦੇ ਆ ਲੋਕ। ਅਤੇ ਦੁਨੀਆ ਦੇ ਅੰਦਰ ਜਿੰਨੇ ਲੋਕਾਂ ਦੇ ਨਾਮ ਨੇ, ਉਹ ਜਦੋਂ ਸਰੀਰ ਛੱਡ ਜਾਂਦੇ ਨੇ ਉਹਦਾ ਨਾਮ ਵੀ ਮਿਟ ਜਾਂਦਾ। ਉਹਦੇ ਹੁੰਦਿਆਂ ਹੁੰਦਿਆਂ ਬੜੀ ਦੁਨੀਆ ਉਹਦਾ ਨਾਮ ਲੈਂਦੀ ਹੈ, ਬਾਅਦ ਦੇ ਵਿੱਚ ਲੋਕੀ ਉਹਨੂੰ ਭੁੱਲ ਜਾਂਦੇ ਨੇ। ਉਹਦੇ ਨਾਮ ਵਿੱਚ ਕੋਈ ਸੱਚਾਈ ਵੀ ਨਹੀਂ, ਕੋਈ ਤਾਕਤ ਵੀ ਨਹੀਂ। ਪਰ ਇੱਥੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਸਾਚ ਨਾਏ, ਉਸ ਪਰਮਾਤਮਾ ਦਾ ਨਾਮ ਵੀ ਸੱਚਾ ਹੈ। ਪੜ੍ਹਦੇ ਆਪਾਂ ਹਰ ਰੋਜ਼ ਕਿ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦਾ ਸਾਹ, ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੇਸਾਹ। ਅਨੇਕਾਂ ਪੰਕਤੀਆਂ ਬਾਣੀ ਅੰਦਰ ਗੁਰਾਂ ਨੇ ਉਚਾਰਨ ਕੀਤੀਆਂ ਨੇ, ਸੱਚਾ ਅਮਰ ਸੱਚੀ ਪਾਤਸ਼ਾਹੀ ਸੱਚੇ ਸੇਤੀ ਰਾਤੇ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਉਹ ਅਕਾਲ ਪੁਰਖ ਵਾਹਿਗੁਰੂ ਸੱਚਾ ਹੈ। ਤੁਧ ਜੀਵੜ ਦਾਤਾ ਤੂੰ ਹੈ ਨਿਰੰਜਨਾ, ਤੂੰ ਹੈ ਸੱਚ ਮੇਰੇ ਮਨ ਭਾਇਆ, ਸੱਚੇ ਮੇਰੇ ਸਾਹਿਬਾ ਸੱਚੇ ਸੱਚ ਨਾਇਆ। ਇਹ ਮਾਲਕ ਦਾ ਨਾਮ ਸੱਚਾ ਹੈ। ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਹਦਾ ਨਾਮ ਜੋ ਫਿਰ ਅਸੀਂ ਉਚਾਰਨਾ ਕਿਵੇਂ ਹੈ, ਉਹਦਾ ਨਾਮ ਲਿਆ ਕਿਵੇਂ ਜਾਂਦਾ ਹੈ, ਭਾਖਿਆ ਭਾਉ ਅਪਾਰ। ਹੁਣ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਵੈਸੇ ਤਾਂ ਕਈ ਨਾਮ ਨੇ, ਕਈ ਬੋਲੀਆਂ 'ਚ ਨਾਂ ਉਹਦਾ ਲੈਂਦੇ ਨੇ, ਉਸ ਪਰਮਾਤਮਾ ਦੀਆਂ ਜਿਹੜੀਆਂ ਭਾਖਿਆ ਤੋਂ ਭਾਵ ਹੁੰਦੀਆਂ ਬੋਲੀਆਂ। ਬਾਣੀ ਅੰਦਰ 10ਵੇਂ ਪਾਤਸ਼ਾਹ ਦੀ ਬਾਣੀ 'ਚ ਲਿਖਿਆ, ਬਹੁਤਨ ਕੀ ਭਾਖਿਆ ਫੁਰ ਜਾਏ। ਭਾਖਿਆ ਹੁੰਦੀ ਭਾਸ਼ਾ ਬੋਲੀ, ਅਤੇ ਭਾਖਾ ਜਾਂ ਭਾਸ਼ਾ ਜਾਂ ਭਾਖਿਆ। ਭਾਖਿਆ ਤੋਂ ਭਾਵ ਬੋਲੀਆਂ ਬੇਅੰਤੀ, ਅਨੇਕ ਪ੍ਰਕਾਰ ਦੀਆਂ ਬੋਲੀਆਂ ਨੇ। ਉਹਦੇ ਨਾਮ ਨੂੰ ਜਿਹੜੇ ਅਪਾਰ ਬੇਅੰਤ ਪੁਰਸ਼ਾਂ ਨੇ ਪ੍ਰੇਮ ਸਹਿਤ ਭਾਖਿਆ ਉਚਾਰਨ ਕੀਤਾ ਹੈ। ਭਾਖਿਆ ਨਾਮ ਉਚਾਰਨ ਦਾ ਵੀ ਹੈ। ਮਹਾਰਾਜ ਕਹਿੰਦੇ ਪ੍ਰਮਾਤਮਾ ਦਾ ਕੋਈ ਨਾਮ ਨਹੀਂ, ਪਰਮਾਤਮਾ ਵਾਹਿਗੁਰੂ ਦਾ ਕੋਈ ਨਾਮ ਨਹੀਂ ਹੈ, ਪਰ ਜਿਨ੍ਹਾਂ ਨੇ ਕਿਸੇ ਵੀ ਨਾਮ ਦੇ ਰਾਹੀਂ ਉਹਨੂੰ ਭਾਵ ਨਾਲ ਉਚਾਰਨ ਕੀਤਾ, ਭਾਖਿਆ ਉਚਾਰਨ ਕੀਤਾ ਭਾਵ ਪ੍ਰੇਮ ਦੇ ਨਾਲ, ਅਪਾਰ ਪਾਰਾਵਾਰ ਤੋਂ ਰਹਿਤ ਪਰਮਾਤਮਾ ਨੂੰ, ਉਹਨਾਂ ਨੂੰ ਕੀ ਮਿਲਿਆ?
ਉਹਨਾਂ ਨੂੰ ਜਿਨ੍ਹਾਂ ਨੇ ਭਾਖਿਆ ਹੈ ਨਾ ਪ੍ਰਮਾਤਮਾ ਦੇ ਨਾਮ ਨੂੰ, ਉਹਨਾਂ ਨੂੰ ਅਪਾਰ ਜੋ ਪ੍ਰਮਾਤਮਾ ਵਾਹਿਗੁਰੂ ਹੈ ਉਹਦਾ ਭਾਵ ਜੋ ਪ੍ਰੇਮ ਹੈ ਨਾ, ਪ੍ਰੇਮ ਕਰਕੇ ਉਚਾਰਨ ਕਰਕੇ ਅਨੁਭਵ ਪ੍ਰਕਾਸ਼ ਹੋ ਗਿਆ ਉਹਨਾਂ ਨੂੰ। ਇੱਥੇ ਹੁਣ ਭਾਵ ਦਾ ਭਾਵ ਅਰਥ ਪ੍ਰੇਮ ਵੀ ਬਣ ਜਾਣਾ ਤੇ ਪ੍ਰਕਾਸ਼ ਵੀ ਬਣ ਜਾਣਾ। ਸੋ ਇਸ ਤਰ੍ਹਾਂ ਉਹਨਾਂ ਨੂੰ ਬ੍ਰਹਮ ਗਿਆਨ ਦੀ ਦਾਤ ਮਿਲੀ। ਅਸਲ ਵਿੱਚ ਨਾਮ ਨੂੰ ਉਚਾਰਨਾ ਹੀ ਪਿਆਰ ਨਾਲ ਚਾਹੀਦਾ। ਅਸਲ ਵਿੱਚ ਗੁਰਬਾਣੀ ਪ੍ਰੇਮ ਨਾਲ ਹੀ ਪੜ੍ਹਨੀ ਚਾਹੀਦੀ। ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ। ਜਿਵੇਂ ਆਪਾਂ ਨੂੰ ਹੁਣ ਨਿਤਨੇਮ ਮਹਾਰਾਜ ਨੇ ਕਹਿ ਦਿੱਤਾ ਬਚਨ ਵੀ ਨਿਤਨੇਮ ਕਰਨਾ, ਪਰ ਕਈ ਸਿੱਖ ਵਿਚਾਰੇ ਬਹੁਤ ਹੀ ਬੱਝੇ ਰੁੱਝੇ ਜੇ ਔਖੇ ਹੋ ਕੇ ਕਰਦੇ ਨੇ, ਇਹ ਕਰਨਾ ਹੀ ਪੈਣਾ। ਇਹ ਅਸਲ ਵਿੱਚ ਪ੍ਰੇਮ ਦੀ ਖੇਡ ਸੀ। ਜਾਓ ਤਾਂ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੁਰਿਆਓ, ਹਿਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਤੇ ਭਗਤੀ ਮਾਰਗ ਕੋਈ ਉਹ ਚੀਜ਼ ਨਹੀਂ ਹੈ। ਇਹਦੇ ਲਈ ਥੋੜਾ ਜਿਹਾ ਇਉਂ ਦੱਸ ਦੇਣਾ ਹੈ ਕਿ ਜਿਵੇਂ ਹੋਰ ਜਿਹੜੇ ਨਾ ਮੰਤਰ ਜੰਤਰ ਤੰਤਰ, ਉਹਨਾਂ 'ਚ ਗਿਣਤੀਆਂ ਨੇ। ਤੁਸੀਂ ਪ੍ਰੇਮ ਕਰੋ, ਤੁਸੀਂ ਨਾ ਕਰੋ, ਕਹਿੰਦੇ ਇਹ 123 ਵਾਰੀ ਪੜ੍ਹਨਾ, ਬਸ ਤੁਹਾਡਾ ਕੰਮ ਹੋ ਜਾਊ। ਤੁਸੀਂ ਪ੍ਰੇਮ ਕਰਦੇ ਹੋ ਜਾਂ ਨਹੀਂ ਕਰਦੇ ਉਹਦਾ ਮਤਲਬ ਨਹੀਂ ਉਹਨੂੰ। ਇੱਕ ਉਹ ਮੰਤਰ ਜੰਤਰ ਨੇ ਜਿਹਦਾ ਕੋਈ ਮਤਲਬ ਹੀ ਹੈ ਨਹੀਂ, ਬਸ ਉਹ ਪੜ੍ਹਦੇ ਹੋ ਕੰਮ ਹੋ ਜਾਂਦਾ ਕਹਿੰਦੇ। ਇਹ ਤਾਂ ਹੈ ਆਮ ਚੀਜ਼ਾਂ ਦੀ ਸਟੱਡੀ ਕੀਤੀ ਹੋਈ। ਪਰ ਜਿਹੜਾ ਗੁਰਬਾਣੀ ਆ ਨਾ, ਗੁਰਬਾਣੀ ਦੇ ਅੰਦਰ ਜਿਸ ਵਿਅਕਤੀ ਨੇ ਪ੍ਰੇਮ ਨਹੀਂ ਕੀਤਾ, ਜਿਹਨੇ ਪ੍ਰੇਮ ਨਾਲ ਨਹੀਂ ਬਾਣੀ ਪੜ੍ਹੀ, ਉਹਨੂੰ ਨਹੀਂ ਫਲ ਮਿਲਦਾ ਪੂਰਾ, ਮਿਲ ਤਾਂ ਜਾਂਦਾ। ਇੱਥੇ ਸਤਿਗੁਰੂ ਕਹਿੰਦੇ ਅਸਲ ਵਿੱਚ ਪਰਮੇਸ਼ਰ ਦੀ ਕੋਈ ਬੋਲੀ ਨਹੀਂ, ਕੋਈ ਨਾਮ ਨਹੀਂ, ਉਹਦੀ ਬੋਲੀ ਹੈ ਪ੍ਰੇਮ ਭਾਉ। ਜਿਨ੍ਹਾਂ ਨੇ ਪ੍ਰੇਮ ਕੀਤਾ ਉਹਨਾਂ ਨੇ ਪ੍ਰੇਮ ਨਾਲ ਭਾਖਿਆ ਉਚਾਰਨ ਕੀਤਾ, ਉਹਨੂੰ ਅਪਾਰ ਪ੍ਰਮਾਤਮਾ ਦੀ ਕੁਦਰਤੀ ਪ੍ਰਾਪਤੀ ਹੋ ਜਾਂਦੀ ਹੈ। ਇੱਥੇ ਕੋਈ ਗਿਣਤੀ ਨਹੀਂ, ਕੋਈ ਮਿਣਤੀ ਨਹੀਂ, ਕੋਈ ਹੋਰ ਨਹੀਂ ਕਿ ਸਮਝ ਨਾ ਆਵੇ, ਅਰਥਾਂ ਦੀ ਸਮਝ ਆਉਂਦੀ ਹੈ। ਆਖਹਿ ਮੰਗਹਿ ਦੇਹ ਦੇਹ। ਹੁਣ ਸਾਰੇ ਹੀ ਕਹਿੰਦੇ ਨੇ, ਮੁਸਲਮਾਨ ਵੀ ਆਖਦੇ ਨੇ ਸਾਨੂੰ ਦੇ, ਹਿੰਦੂ ਵੀ ਕਹਿੰਦੇ ਸਾਨੂੰ ਦੇ, ਈਸਾਈ ਵੀ ਕਹਿੰਦੇ ਸਾਨੂੰ ਦੇ, ਦੇਵਤੇ ਵੀ ਕਹਿੰਦੇ ਸਾਨੂੰ ਦੇ, ਸਿੱਖ ਵੀ ਕਹਿੰਦੇ ਦੇ, ਅਥਵਾ ਇੱਥੋਂ ਤੱਕ ਦੈਂਤ ਵੀ ਕਹਿੰਦੇ ਸਾਨੂੰ ਦੇ। ਕਿਹੜਾ ਨਹੀਂ ਮੰਗਦਾ? ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ, ਕੀਤੇ ਮੰਗੈ ਜੋਧ ਪਾਰ, ਕਿਤਿਆ ਗਣਤ ਨਹੀਂ ਵਿਚਾਰ, ਕਿਤੇ ਖਪ ਟੁੱਟੈ ਬੇਕਾਰ। ਮੰਗੀ ਜਾਂਦੇ ਨੇ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਦੇਹ ਦੇ ਆਖੈ ਸਭ ਕੋਈ, ਜੈ ਭਾਵੈ ਤੈ ਦੇ। ਦੱਖਣੀ ਓਂਕਾਰ 'ਚ ਗੁਰੂ ਨਾਨਕ ਸਾਹਿਬ ਨੇ ਇਹ ਬਚਨ ਉਚਾਰਨ ਕੀਤਾ ਹੈ। ਹੁਣ ਸਭ ਕੋਈ ਆਪੋ ਆਪਣੇ ਆਖੈ ਤੋਂ ਭਾਵ ਹੁੰਦਾ ਮੂੰਹ ਤੋਂ ਮੰਗਦੇ ਨੇ, ਸਾਨੂੰ ਇਹ ਪਦਾਰਥ ਵੀ ਦਿਓ, ਇਹ ਪਦਾਰਥ ਵੀ ਦਿਓ। ਕੋਈ ਪੁੱਤਰ, ਕੋਈ ਧਨ, ਕੋਈ ਜ਼ਮੀਨ, ਕੋਈ ਮਕਾਨ, ਕੋਈ ਮਾਨ ਇੱਜ਼ਤ, ਕੋਈ ਨਾਮ, ਕੋਈ ਪ੍ਰੇਮਾ ਭਗਤੀ, ਕੋਈ ਸਤ ਸੰਤੋਖ ਵਗੈਰਾ ਮਨ ਇੱਛਤ ਪਦਾਰਥ ਮੰਗੀ ਜਾਂਦੇ ਨੇ। ਵਿਸਥਾਰ ਵਿੱਚ ਨਹੀਂ ਜਾਣਾ ਆਪਾਂ ਨੇ, ਵਿਸਥਾਰ ਤਾਂ ਕਾਫੀ ਹੋ ਜਾਂਦਾ ਹੈ, ਪਰ ਅੱਖਰੀ ਅਰਥ ਹੀ ਕਰਾਂਗੇ। ਦਾਤ ਕਰੇ ਦਾਤਾਰ। ਉਹ ਜੋ ਦਾਤਾਰ ਪ੍ਰਮਾਤਮਾ, ਉਹਨਾਂ ਮੰਗਣ ਵਾਲਿਆਂ ਨੂੰ ਉਹ ਦਾਤ ਦੇਣੀ ਕਰਦਾ। ਜੇ ਕੋਈ ਇੱਕ ਪ੍ਰਮਾਤਮਾ ਦੀ ਇਹ ਚੀਜ਼ ਹੈ ਕਿ ਮੰਗੋ ਜਾਂ ਨਾ ਮੰਗੋ, ਮੂੰਹ ਨਾਲ ਮੰਗੋ ਜਾਂ ਅੰਦਰੋਂ ਫੁਰਨਾ ਕਰੋ, ਉਹ ਦੋਨੋਂ ਪਾਸੇ ਜਾਣਦਾ। ਸੋ ਜਿਵੇਂ ਆਪਾਂ ਕਿਸੇ ਥਾਂ ਜਾ ਕੇ ਕੋਈ ਚੀਜ਼ ਆਪ ਜਾ ਕੇ ਲੈ ਲਈਏ ਜਾਂ ਬਾਈ ਪੋਸਟ ਮੰਗਵਾ ਲਈਏ, ਟੈਲੀਫੋਨ ਕਰ ਦਈਏ, ਬਸ ਉਹਨਾਂ ਨੂੰ ਇੱਕ ਇਸ਼ਾਰਾ ਹੀ ਚਾਹੀਦਾ। ਪਰਮਾਤਮਾ ਤੇ ਹੈ ਹੀ ਸਾਡੇ ਕੋਲ, ਮੂੰਹ ਨਾਲ ਬੋਲ ਕੇ ਕਹਿ ਦਿਓ, ਵਿਣ ਬੋਲਿਆ ਸਭ ਕੁਝ ਜਾਣਦਾ ਵੀ ਠੀਕ ਹੈ। ਮਹਾਰਾਜ ਕਹਿੰਦੇ ਜੇ ਚੁੱਪ ਹੈ, ਜੇ ਮੰਗਿਆ, ਦਾਤ ਕਰੇ ਦਾਤਾਰ, ਇੱਕ ਦਾਤਾ ਸਭ ਮੰਗਤੇ, ਫਿਰ ਦੇਖੈ ਆਕਾਰ, ਨਾਨਕੇ ਵੈ ਜਾਣੀਆਂ ਜੀਵੈ ਦੇਵਨਹਾਰ। ਸੋ ਇਹਨਾਂ ਤੁਕਾਂ ਦੇ ਵਿੱਚ ਇਸ ਇੱਕ ਤੁਕ ਚ ਨਾ ਸਕਾਮੀ ਪੁਰਸ਼ਾਂ ਦੀਆਂ ਮੰਗਾਂ ਦਾ ਵਰਣਨ ਕਰਦੇ ਆ। ਅਣ ਮੰਗਿਆ ਹੀ ਦਾਤ ਦੇ ਦਿੰਦਾ। ਹੁਣ ਅੱਗੇ ਪਰਮੇਸ਼ਰ ਦੀ ਪ੍ਰਾਪਤੀ ਦੇ ਇੱਛਾਵਾਨ ਜੋ ਬੇਨਤੀ ਕਰਦੇ ਨੇ ਕਿ ਜਿਵੇਂ ਮਹਾਰਾਜ ਜੀ ਆਪ ਕਹਿੰਦੇ ਹੋ ਪ੍ਰਮਾਤਮਾ ਵੱਡਾ ਹੈ, ਪਾਤਸ਼ਾਹ ਹੈ, ਫਿਰ ਜਿਵੇਂ ਬਾਦਸ਼ਾਹ ਦੇ ਅੱਗੇ ਭੇਟਾ ਰੱਖੀ ਦੀ ਹੈ, ਉਹਦੇ ਅੱਗੇ ਕੀ ਰੱਖੀਏ? ਫੇਰ ਕੇ ਅੱਗੇ ਰੱਖੀ ਹੈ ਜੇ ਤੋ ਦਿਸੈ ਦਰਬਾਰ। ਉਸ ਦਾਤੇ ਪ੍ਰਮਾਤਮਾ ਦੇ ਅੱਗੇ ਫਿਰ ਕਿਹੜੀ ਭੇਟਾ ਰੱਖੀਏ? ਅਸੀਂ ਉਸ ਦਾਤੇ ਦੇ ਅੱਗੇ ਕੀ ਨਜ਼ਰ ਭੇਟ ਧਰੀਏ
जिस करके सानू उहदा दरबार तो भाव स्वरूप दिस पवे। दरबार पिंडां 'च ये गल कई स्पष्ट हो जांदियां, कहणगे फलाने दे घरे दरबार साहब प्रकाश है। दरबार का अर्थ स्वरूप भी है, क्योंकि गुरु ग्रंथ साहिब तो बिना तो दरबार ही नहीं, साधु बिन नाहीं दरबार। इस करके दरबार अर्थ स्वरूप का भी है। फिर जिथे प्रकाश है ये दरबार साहिब। दरबार सो दर तेरा केहा सो कर केहा, वो किवें नजर आवे? सचखंड वसै निरंकार। मुहाओ के बोलन बोलीए जेत सुन धरे प्यारो, मम्मी औंकड़ आहे नूं कनौड़ा मुहाओ। इस करके मूहों नहीं कहना, ਅਤੇ ਮੂੰਹ ਚੋਂ ਕਿਹੜੇ ਬੋਲਣ ਬਚਨ ਬੋਲੀਏ ਜਿਨ੍ਹਾਂ ਬਚਨਾਂ ਨੂੰ ਸੁਣ ਕੇ ਉਹ ਪ੍ਰਮਾਤਮਾ ਸਾਡੇ ਨਾਲ ਪਿਆਰ ਕਰੇ। ਹੁਣ ਇਹਨਾਂ ਦੋ ਪ੍ਰਸ਼ਨਾਂ ਨੂੰ ਸਿੱਧਾ ਨੇ ਕੀਤਾ ਕਿ ਕਿਰਪਾ ਕਰੋ, ਫਿਰ ਉਹਦੀ ਪ੍ਰਾਪਤੀ ਜ਼ਰੂਰ ਹੋਣੀ ਚਾਹੀਦੀ ਹੈ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਕਿ ਤੁਸੀਂ ਇੱਕ ਚੀਜ਼ ਸਾਡੇ ਪਾਸੋਂ ਸਿੱਖ ਲਓ ਕਿ ਪ੍ਰਮਾਤਮਾ ਦਾ ਦਰ ਕਦੋਂ ਖੁੱਲ੍ਹਦਾ, ਕਦੋਂ ਉਹ ਝੋਲੀਆਂ ਭਰਦੇ ਨੇ। फरीदा रात कथूरी वंडिया सुत्तियां मिलन भाओ। रात नूं जिहड़ी बख्शिश हुंदी है दिने नहीं हुंदी उन्नी। दुनिया जदों सब सौ जांदी, शांति टिकाओ, अद्धी रात तो बाद अमृत वेला सच नाओ। महाराज कहते अमृत वेले ना उठ के जिहड़ा सच्चे नाम का जपना ना, इहो उस वाहिगुरू अगे भेटा धरनी पैंदी है। क्योंकि उस वक्त टका दे विच अद्धी रात तो बाद महापुरुष दसदे ने कि उहदे सचखंड दा दरबार दरवाजा पूर्ण रूप विच खुल जाता है। 4 बजे तक ये दरवाजा खुला रहिंदा सारा, 5 बजे तक अद्धा, 6 बजे तक फिर यह दरवाजा बंद होकर उहदी एक छोटी जी बारी खुलती है। जदों सूरज के चढ़ाओ नाल ही वो दरवाजे की बारी बंद हो जाती। कहते इउं परमात्मा जदों अपना दफ्तर खोलदा उदों दुनिया सुत्ती पई हुंदी है, जदों वो दातां बनदा हुंदा उदों लोग सुत्ते पए हुंदे ने। जिहड़ा समय सिर पहुंच के दातां लै लैंदा उहनूं मिल जांदियां। लोकी परमात्मा दे दर बारे ज्ञान नहीं। इत्थे दसदे सी, कहंदे जिहड़ा सेल जी लगदी है 5 बजे जे खुलना स्टोर तां लोग 2 बजे ही जाके बह जांदे भी सस्ती चीज़ लवांगे, वधिया लवांगे, ते लोग 2 बजे बह जाते जाके। हालांकि वो चीज़ नाशवंत होंदी है। तो जब जे किसी नूं कहिए कि इत्थों 2 बजे आके भगती करो, 3 बजे 4 बजे, कहते ना औखा है, नाले फ्री च मिलनी दात, नाले किरपा होनी, नाले इन्नी वड्डी किरपा होनी है। तो इस करके ही कथा हुंदी। कथा माँ है, माँ समझाउंदी है पुत्त नूं अपने बच्चियां नूं। सो इस करके वो बच्चियां नूं मां समझाउंदी है कि बच्चों ध्यान रखो। एक बेनती है सारी संगत नूं, ये कथा वर्ल्ड वाइड है, पूरे वर्ल्ड दे विच जा रही है इस वक्त। देश का कोई कोना नहीं, वर्ल्ड का कोई कोना नहीं जिथे कथा नहीं जा रही। इस करके जे किसी माई भाई नूं वीर नूं ज़्यादा खंघ जां छिक आवे, थोड़ा दूर बैठे, क्योंकि ये सारी रिकॉर्डिंग भी हो रही नाल नाल। फिर वो सानू उहदे च दिक्कत आउंदी बहुत ज़्यादा, बाद चों कट्टियां नहीं जांदियां चीज़ां विचों। ते एक बारी छिक्या होया 1 करोड़ 2 करोड़ 5 करोड़ तक चले जाए, 5 करोड़ छिक बन जानी इहदी। इस करके बिल्कुल साइलेंट रहो ताकि दूर तक संगत जिहड़ी आ वो प्यार नाल आस्ट्रेलिया विच, कनेडा विच, इंग्लैंड विच, यूरोप दे विच कोई देश नहीं जिथे नहीं कथा चल रही इस वक्त। सो इस तरह सतगुरु महाराज कहते क्योंकि उस दियां दातां विचों रात दिन दे 8 पहर का समा एक अमोलक दात सानू मिली। इस विचों रात के पिछले हिस्से दियां पौ फुटण तो पहलियां 4 घड़ियां दे समय नूं अमृत वेला आखदे ने। उस वेले सच्चा नाम सिमरिया इसनूं स्वरूप की प्राप्ति करन वाला है। महाराज ने फरमाया तीसरे पातशाह ने मल्हार राग की वार च 1285 अंग ते बाबीहा अमृत वेलै बोलिया तां दर सुनी पुकार। फिर दौड़ी 52 अखरी च महाराज कहते ने चालांगे उठ नाम जप निस्बासर आराध कारा तुझे न व्यापई नानक मिटै उपाद। चालांगे उठ वडले सवेरे उठ के स्वखते
ਵੱਢੜਾ ਝਾਲ ਝੁਲੰਬੜਾ, ਨਾਵੜਾ ਲਈਐ ਕਿਸ, ਨਾਉ ਲਈਐ ਪਰਮੇਸ਼ਰੈ, ਭੰਨਣ ਘੜਨ ਸਮਰੱਥ। ਅਸਲ ਵਿੱਚ ਕੁਦਰਤੀ ਗੱਲ ਹੈ, ਜਦੋਂ ਬੰਦੇ ਨੂੰ ਦਾਤ ਮਿਲਣੀ ਹੁੰਦੀ ਹੈ, ਭਾਗਾਂ ਵਾਲੇ ਨੂੰ ਯਾਦ ਆ ਜਾਂਦੀ ਹੈ, ਉੱਠ ਕੇ ਇਸ਼ਨਾਨ ਕਰਨ ਦਾ ਉਦਮ ਵੀ ਹੋ ਜਾਂਦਾ। ਬਿਨਾਂ ਭਾਗਾਂ ਤੋਂ ਇਹ ਜਾਗ ਵੀ ਨਹੀਂ ਆਉਂਦੀ, ਭਗਤੀ ਵੀ ਨਹੀਂ ਹੁੰਦੀ। ਜਦੋਂ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਮਨਸੁਖ ਸ਼ਾਹੂਕਾਰ ਦੇ ਕੋਲ ਗਏ ਸੰਗਲਾ ਦੀਪ 'ਚ, ਸੋ ਉੱਥੇ ਉਹਨੇ ਵਰਤ ਰੱਖਿਆ ਹੋਇਆ ਸੀ ਇਕਾਦਸ਼ੀ ਦਾ। ਮਹਾਰਾਜ ਕਹਿੰਦੇ ਅੰਤਰੀਵ ਵਰਤ ਰੱਖੋ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਬਾਣੀ ਪੜ੍ਹਨੀ, ਜਾਪ ਕਰਨਾ, ਨਾਮ ਜਪਣ ਵਿੱਚ ਫਲ ਮਿਲਦਾ। ਕਹਿੰਦੇ ਮਹਾਰਾਜ ਇਹ ਅੰਮ੍ਰਿਤ ਵੇਲਾ ਕੀ ਹੁੰਦਾ, ਇਸ਼ਨਾਨ ਕੀ ਹੁੰਦਾ? ਸਤਿਗੁਰੂ ਕਹਿੰਦੇ ਜਿਹੜੇ ਮਨੁੱਖ ਪਹਿਰ ਰਾਤ ਰਹਿੰਦੀ ਉੱਠ ਕੇ ਇਸ਼ਨਾਨ ਕਰਦੇ ਨੇ ਨਾ, ਉਹਨੂੰ ਇੱਕ ਭਾਰ ਤੋਲੇ ਸੋਨੇ ਦਾ ਦਾਨ ਜਿੰਨਾ ਫਲ ਮਿਲਦਾ। ਇੱਕ ਭਾਰ ਕਿੰਨਾ ਹੁੰਦਾ ਜੀ? ਕਹਿੰਦੇ 3260 ਤੋਲੇ ਦਾ ਇੱਕ ਭਾਰ ਬਣਦਾ। ਇਹ ਵੇਦਾਂ ਸ਼ਾਸਤਰਾਂ 'ਚ ਵੀ ਲਿਖਿਆ ਹੋਇਆ। ਕਹਿੰਦੇ ਜੋ ਮਨੁੱਖ 4 ਘੜੀ ਰਾਤ ਰਹਿੰਦਿਆਂ ਇਸ਼ਨਾਨ ਕਰਦਾ ਹੈ, ਪਹਿਰ ਰਾਤ ਰਹਿੰਦੀ ਤੋਂ ਮਤਲਬ 2:30 ਵਜੇ ਤੇ 4 ਘੜੀਆਂ 4 ਵਜੇ 3:30 ਵਜੇ, ਉਹਨੂੰ ਕਹਿੰਦੇ 3260 ਤੋਲੇ ਚਾਂਦੀ ਦੇ ਦੇਣ ਜਿੰਨਾ, ਦਾਨ ਦੇਣ ਜਿੰਨਾ ਫਲ ਮਿਲਦਾ ਹੈ। ਜਿਹੜਾ ਬੰਦਾ 1 ਘੜੀ ਰਾਤ ਰਹਿੰਦਿਆਂ ਇਸ਼ਨਾਨ ਕਰਦਾ, ਉਹਨੂੰ 1.25 ਮਣ ਦੁੱਧ ਦੇਣ ਜਿੰਨਾ ਫਲ ਮਿਲਦਾ। ਜੋ ਮਨੁੱਖ ਸਵੇਰੇ ਉੱਠ ਕੇ ਇਸ਼ਨਾਨ ਕਰਦਾ, ਹਲੇ ਨਹੀਂ ਸੂਰਜ ਚੜ੍ਹਿਆ, ਪੌ ਫਟਾਲੇ ਜੇ ਵੇਲੇ, ਕਹਿੰਦੇ ਉਹਨੂੰ 1 ਮਣ ਪਾਣੀ ਦਾਨ ਦੇਣ ਜਿੰਨਾ ਫਲ ਮਿਲ ਜਾਂਦਾ। ਜੋ ਮਨੁੱਖ ਦਿਨ ਚੜ੍ਹੇ ਇਸ਼ਨਾਨ ਕਰਦਾ, ਉਹਨੂੰ ਸਰੀਰਕ ਪਵਿੱਤਰਤਾ ਪ੍ਰਾਪਤ ਹੋ ਜਾਂਦੀ, ਪਰੰਤੂ ਕਿਸੇ ਪੁੰਨ ਦੀ ਪ੍ਰਾਪਤੀ ਨਹੀਂ ਹੁੰਦੀ। ਸੋ ਇਸ ਕਰਕੇ ਫਾਇਦਾ ਤਾਂ ਹੁੰਦਾ। ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਤੋਂ ਪਹਿਲਾਂ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਮਹਾਂਪੁਰਸ਼ ਜਿਹੜੇ ਹੋਏ ਨੇ, ਉਹਨਾਂ ਨੇ ਸਿੰਘਾਂ ਨੂੰ ਕਿਹਾ ਸੀ, ਜਦੋਂ ਆਪਾਂ ਅੰਮ੍ਰਿਤ ਵੇਲੇ ਉੱਠ ਕੇ ਠੰਡਾ ਪਾਣੀ ਪਿੰਡੇ ਤੇ ਪਾਉਨੇ ਆ ਨਾ, ਅਤੇ ਨਿਤਨੇਮ ਕਰਦੇ ਆ ਬਹਿ ਕੇ, ਕਹਿੰਦੇ ਕਰੋੜਾਂ ਪਾਪ ਕੱਟੇ ਜਾਂਦੇ ਇੱਕੋ ਵਾਰ ਵਿੱਚ। ਸੋ ਇਸ ਤਰੀਕੇ ਨਾਲ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਿ ਇਹ ਸਾਰੇ ਅੰਮ੍ਰਿਤ ਵੇਲੇ ਹਨ। ਅੰਮ੍ਰਿਤ ਵੇਲੇ ਵੀ 8 ਤਰ੍ਹਾਂ ਦੇ ਨੇ। ਇਹਨਾਂ ਦੀ ਵਿਆਖਿਆ ਆਪਾਂ ਜਿਹੜੀ ਪਹਿਲੀ ਕਥਾ ਜਪਜੀ ਸਾਹਿਬ ਦੀ, ਉਹਦੇ ਵਿੱਚ ਖੁੱਲ੍ਹ ਕੇ ਸ਼ਰਵਣ ਕਰ ਸਕਦੇ ਹਾਂ। ਤੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਿ ਇਹ ਜਿਹੜੀ ਬਖਸ਼ਿਸ਼ ਹੁੰਦੀ ਆ, ਅੰਮ੍ਰਿਤ ਵੇਲਾ, ਸੱਚ ਨਾਉ, ਸੱਚਾ ਨਾਮ ਲੈਣਾ ਤੇ ਵਡਿਆਈ ਵੀ 4, ਉਹਦੀਆਂ ਵਡਿਆਈਆਂ ਦਾ ਜੋ ਵਿਚਾਰ ਕਰਨਾ, ਅਰਥਾਤ ਵਾਹਿਗੁਰੂ ਦੇ ਜਸ ਤੇ ਗੁਰਬਾਣੀ ਦਾ ਪਾਠ ਕਰਨਾ, ਜਿਸ ਵਿੱਚ ਪਰਮੇਸ਼ਰ ਦੀ ਵਡਿਆਈ ਦਾ ਅਮਿਤ ਵਰਣਨ ਹੈ, ਇਹੀ ਮੂੰਹ ਤੋਂ ਬਚਨਾਂ ਨੂੰ ਬੋਲੇ, ਕਿਉਂਕਿ ਇਹਨਾਂ ਬਚਨਾਂ ਨੂੰ ਸੁਣ ਕੇ ਉਹ ਦਾਤਾ ਪਿਆਰ ਕਰਦਾ। ਬਾਣੀ ਜਦੋਂ ਆਪਾਂ ਪੜ੍ਹਦੇ ਹਾਂ, ਤੁਸੀਂ ਗੱਲਾਂ ਕਰੋ, ਤੁਹਾਡੇ ਕੋਲ ਰੱਬ ਨੇ ਨਹੀਂ ਬਹਿਣਾ। ਗੱਲਾਂ ਕਰੋ, ਨਹੀਂ ਸਤਿਗੁਰੂ ਆਉਂਦੇ। 50 ਬੰਦੇ 100 ਬੰਦੇ ਵਿਆਹ ਦੇ ਵਿੱਚ ਭਾਵੇਂ 500 ਦਾ ਇਕੱਠ, ਐ ਤਾਂ ਜਹਾਜ਼ ਵਿੱਚ 500 ਬੰਦਾ ਬੈਠਾ ਹੁੰਦਾ, ਉੱਥੇ ਰੱਬ ਆਉਂਦਾ ਕਿਤੇ? ਪਰ ਮਹਾਰਾਜ ਕਹਿੰਦੇ ਜੀ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਸੰਗਤ ਵਿੱਚ ਬੈਠ ਕੇ ਜਿਉਂ ਹੀ ਇੱਕ ਓੰਕਾਰ ਕਿਹਾ ਜਾਂ ਕੀਰਤਨ ਸ਼ੁਰੂ ਹੋ ਗਿਆ, ਤਾਂ ਉਸੇ ਵਕਤ ਹੀ ਮਹਾਰਾਜ ਪ੍ਰਕਾਸ਼ਮਾਨ ਹੋ ਜਾਂਦੇ ਨੇ, ਹਾਜ਼ਰ ਹੋ ਜਾਂਦੇ ਨੇ। ਭਾਵੇਂ 2 ਹੀ ਸਿੱਖ ਬੈਠੇ ਹੋਣ, ਕਿਉਂਕਿ 1 ਸਿੱਖ 2 ਸਾਧ ਸੰਗ 5 ਪਰਮੇਸ਼ਰ। ਤਾਂ ਮਹਾਰਾਜ ਕਹਿੰਦੇ ਨੇ ਫਿਰ ਜਦੋਂ ਤੁਸੀਂ ਵਡਿਆਈ ਕਰਦੇ ਹੋ ਬਾਣੀ ਰਾਹੀਂ ਤੇ ਵਿਚਾਰ ਕਰਦੇ ਹੋ ਫਿਰ ਸ਼ਬਦ ਦੀ, ਉਹਦੇ ਨਾਲ ਵਾਹਿਗੁਰੂ ਦੀ ਬਹੁਤ ਖੁਸ਼ੀ ਹੁੰਦੀ। ਉਹ ਪਿਆਰ ਕਰਦਾ ਹੈ, ਮੇਰਾ ਪੁੱਤ ਬਾਣੀ ਪੜ੍ਹਦਾ ਬੈਠ ਕੇ। ਇਹ ਜਿਹੜੀਆਂ ਚੀਜ਼ਾਂ ਨੇ ਆਮ ਤੌਰ ਤੇ ਗ੍ਰਸਤੀ ਜੀਵ ਜਿਹੜੇ ਘਰਾਂ 'ਚ ਰਹਿਣ ਵਾਲੇ ਨੇ, ਇਹਨਾਂ ਕੋਲ ਤਾਂ ਕਿਸੇ ਕੋਲ ਇਹ ਚੀਜ਼ ਪਤਾ ਲੱਗਦੀ। ਪਰ ਆਮ ਤੌਰ ਤੇ ਕਿਉਂਕਿ ਸਾਡੀ ਤਾਂ ਲਾਈਨ ਹੀ ਇਹ ਆ, ਸਿੰਘਾਂ ਨਾਲ ਹੀ ਰਹਿਣਾ, ਸੰਗਤਾਂ ਵਿੱਚ ਹੀ ਰਹਿਣਾ, ਸੰਤਾਂ ਕੋਲ ਜਥੇ 'ਚ ਰਹੇ ਬੜੇ ਚਿਰ, ਉੱਥੇ ਬੜੇ ਕੌਤਕ ਹੁੰਦੇ ਸੀ। ਸੋ ਜਿਵੇਂ ਸਾਡੇ ਭਾਈ ਪ੍ਰੇਮ ਸਿੰਘ ਜੀ ਹੁਣ ਚੜ੍ਹਾਈ ਕਰ ਗਏ, ਮਹਿਤੇ ਹੁੰਦੇ ਸੀ, ਉਹ ਕਹਿੰਦੇ ਮੈਂ ਚੰਡੀ ਦੀ ਵਾਰ ਦੇ 25 ਪਾਠ ਰੋਜ਼ ਸ਼ੁਰੂ ਕਰਤੇ। ਕਹਿੰਦੇ ਹਜੂਰ ਸਾਹਿਬ ਬੈਠੇ ਤਾਂ ਜਦ ਸੱਜੇ ਪਾਸੇ ਨੂੰ ਮੈਂ ਦੇਖਿਆ ਵੱਡਾ ਸਾਰਾ ਇੱਕ ਹੱਥ ਜਿਹਾ, ਤੇ ਜਦ ਤਾਂ ਤੱਕ ਦੇਖਿਆ ਬੜਾ ਸਾਰਾ ਇੱਕ ਦਿਓ ਜਿਹਾ ਮੇਰੇ ਲਾਗੇ ਬੈਠਾ। ਹੱਸ ਕੇ ਕਹਿੰਦਾ ਡਰਿਓ ਨਾ, ਮੇਰੀ ਡਿਊਟੀ ਤੁਹਾਡੇ 'ਚ ਲੱਗੀ ਹੋਈ, ਤੁਹਾਡੇ ਪਹਿਰੇ ਤੇ ਆ ਮੈਂ। ਕਹਿੰਦਾ ਇੱਕ ਵਾਰ ਤਾਂ ਦੇਖ ਕੇ ਪ੍ਰਾਣ ਖੁਸ਼ਕ ਹੋ ਗਏ, ਮੇਰੇ ਏਡਾ ਵੱਡਾ ਇਹ ਕੌਣ ਬੈਠਾ। ਸੋ ਇਸ ਕਰਕੇ ਹੁੰਦੀ ਹੈ ਜਦੋਂ ਬਖਸ਼ਿਸ਼ ਹੁੰਦੀ, ਬਾਣੀ ਪੜ੍ਹਦੇ ਹਾਂ ਤਾਂ ਉਸ ਵਕਤ ਆਪਣੇ ਉਦਾਲੇ ਇੰਨਾ ਕੁਛ ਹੁੰਦਾ ਹੈ
चौगिरद हमारा राम कार दुख लगा ना भाई। ऐसियां चीज़ां स्टेज उत्ते दसणियां शोभदियां नहीं, क्योंकि कई तो बिल्कुल ही अणजाण जग्यासू है, कोई पहली बारी है, किसी का सुभाव किवें है, किसी नूं इन्हां गल्लां दा ज्ञान ही नहीं। इन्ना की इशारा काफ़ी हुंदा है। तो सतगुरु महाराज सच्चे पातशाह कहंदे ने, वडियाई करो बाणी पढ़ के ते विचार करो शब्द दी। फिर सिद्धा ने कहा कि पिछली रात उठना तो बहुत औखा है, पिछली रात उठ के नाम जपना ते वडियाई करने की कोई लोड़ नहीं। सकाम कर्मां दे करन नाल ही परमेश्वर की प्राप्ति हो जाती। महाराज कहंदे, कर्मी आवे कपड़ा नदरी मोख द्वार। ये सिद्धों जिहड़े सकाम कर्मां दे करन नाल शरीर रूपी कपड़ा आके मिलदा है, सकाम कर्म करन नाल फिर जन्म मिल जाता। चंगे चंगे काम करिए, पुण्य करिए, फिर जन्म मिल जाता बंदे दा। पर वाहिगुरू दी प्राप्ति नहीं हुंदी, क्योंकि मोख द्वार जिहड़ी मुक्ति दा द्वारा जो ज्ञान है, वो पहली विधि जिहड़ी दसी है ना तुहानूं अमृत वेले नाल ही मिलनी। गुरु साहिब जी दी नदरी जिहड़ी किरपा दृष्टि नाल ही खुलदा है। भाव किरपा दृष्टि नाल जिहड़ा ना वो अंदरला भाव खुलदा है, भाव प्राप्त हुंदा है। इस करके हाँ जदों उहदी किरपा हुंदी, अमृत वेला सच नाम वडियाई विचार करदे आ, तां कर्मी आवे कपड़ा। ये करन नाल कपड़े दो ने, एक तां शरीर रूपी कपड़ा, कपड़े तीन ने। एक बाहर जिहड़ा शरीर दे उत्ते कपड़ा पाउणे, इहनूं भी आपां कपड़ा कहने आ, एक शरीर रूपी कपड़ा। एक कपड़ा है कि प्रेम पटोला तै सह दिता ढक्कण कू पत मेरी, दाना बीना साई मैंडा नानक सार ना जाना तेरी। जही जी शरीर है, हुण स्थूल शरीर का कपड़ा आपां पिंड ते पाया होया है। 17 तत्तां दी देही नूं कपड़ा नहीं पैंदा, उहनूं नाम दा ही कपड़ा पैंदा। इस करके वो जिहड़ा अंतरीव कपड़ा है ना, वो अगे चल के थोड़ा ज्ञान होर भी लवांगे, ज्ञान मिलदा, मुक्ति मिलदी, सब कुछ। पर वो जे तुसीं कहंदे अमृत वेले नहीं उठिया जांदा, जिहनूं वाहिगुरू ने बख्शना हुंदा उहनूं अमृत वेला ही दिंदा है। वो रात नूं आपे ही जगा दिंदे ने। बहुत प्रेमी अपने बैठे है, 12:15 बजे महाराज आप उठा दिंदे, आके उठ पई इशनान कर लै। हुण सारे सारे टब्बर नूं भी उठा दिंदे आ। जिहदे उत्ते गुरु नानक साहब की रहमत है, उहनूं महाराज उठाउंदे आ। बड़े मैनूं इहो जिहे मिलदे ने, बहुत लोग मिलदे ने रब दे प्यारे। एक प्रेमी कहंदा सी, रात नूं चिट्टे कपड़िਆਂ 'ਚ कोई आउंदा 2 वजे मेरे मंजे दा पावा हिला जांदा, बस मैं उठ जाना। जिन्हां नूं महाराज ने उठाउणा है उन्हां नूं उठाउणा ही है, जिन्हां नूं नहीं उठाउणा वो बेनती करो, महाराज साडे भी कर्म चंगे बना दिओ, असीं भी सवेरे उठ के इशनान करके नितनेम कर लिया करिए। नानक एवै जाणीਐ सब आपे सचियार। ये सारे रारिਆਂ ਨੂੰ औंकड़ आ रहा नाल सचियार। थोड़ा जिहा बोल जाईदा, पता भी नहीं लगता, पर पता रखना चाहिए। हुण महाराज सच्चे पातशाह ने फरमाया कि फिर इस प्रकार जान लैंदा है कि वह सच्चा आप ही सर्व व्यापक है। नानक ये वह जाणीਐ सब आपे सचियार। सचियार परमात्मा सारे थाई आप ही इउं जान लईदा। अमृत वेले उठ के भजनीक बंदा भगती करे, तड़के 3 बजे 4 बजे बह के समाधि ला के सिमरन करे। सिमरन नितनेम करना, पहला नितनेम भी कर, जिदा रूटीन बना लो। सो इस तरह टोरंटो विच भी आए कोई सिंह सीगा, वह अमृतधारी भी सीगा, पर इन्ना नहीं, कई नवे नवे सजे हुंदे ने देखा दाखी। वो भी किसी दे कहे सुने तड़के 3 बजे बहन लग गया। गल्लां तां इन्नियां ठीक नहीं सी करदा। पहला जदों एक घर जिथे मैं रहिंदा सी उत्थे मिलण आया, कहना एक अजीब जी गल है, जे तुसीं मन्नो मैं दसो। कह तड़के 3 बजे पोथियां वाली अलमारी वालों इन्नी तेज लाइट पई है 2-3 बारी, तो ये की है? मैं कहा ये उही है जिन्होंने तू उड़ीकदा, ये परमात्मा का ही प्रकाश है। वो अखां चों इन्ना पानी आया, वो कहना ये गल सच्ची हुंदी? मैं कहा हाँ। कहना असीं तां ही मनदे सी। मैं कहा अच्छा तू हफ्ते तक मैनूं दसी दोबारा जे होया। दोबारा उन्होंने काफ़ी प्रकाश होया, फिर तीजी बार होया। वो कहना असीं तां सारी जिंदगी निंदा कर ही गालती,
ਅਸੀਂ ਕਹਿੰਦੇ ਸੀ ਇਹ ਗੱਲਾਂ ਹੀ ਹੁੰਦੀਆਂ ਨੇ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਪ੍ਰਕਾਸ਼ ਕਰਦੇ ਨੇ, ਅੰਮ੍ਰਿਤ ਵੇਲੇ ਕਰਦੇ ਨੇ, ਰਾਤ ਨੂੰ ਬੈਠ ਜਾਓ ਰਾਤ ਨੂੰ ਕਰਦੇ ਨੇ। ਨਾ ਹੈ ਨਹੀਂ ਇੱਥੇ, ਇਹ ਨਹੀਂ ਕਿ ਆਪਾਂ ਕਹੀਏ ਕਿ ਮੇਰੇ ਉੱਤੇ ਕਿਰਪਾ ਨਹੀਂ ਹੋ ਸਕਦੀ। ਇਹ ਗੁਰੂ ਸਾਹਿਬ ਨੇ ਤਾਂ ਜਿਹੜਾ ਬਹਿ ਗਿਆ ਉਹਦੇ ਤੇ ਹੀ ਕਿਰਪਾ ਕਰ ਦੇਣੀ ਹੈ। ਫਿਰ ਕਹਿਣ ਲੱਗੇ ਕਰਮ ਨਹੀਂ ਕਰਨੇ ਚਾਹੀਦੇ। ਹਾਂ ਜੀ, ਕਹਿੰਦੇ ਇਹ ਕਰਮ ਨੇ ਨਾ, ਇਹ ਬੰਦੇ ਨੂੰ ਗਲਤ ਕਰਮ, ਕਿਉਂਕਿ ਕਰਮ ਇੱਕ ਹੁੰਦੇ ਨੇ ਸਕਾਮ, ਇੱਕ ਨਿਸ਼ਕਾਮ ਹੁੰਦੇ ਨੇ। ਮਹਾਰਾਜ ਕਹਿੰਦੇ ਅਸੀਂ ਨਹੀਂ ਕਹਿੰਦੇ ਕਿ ਕਰਮ ਨਾ ਕਰੇ ਇਨਸਾਨ, ਕਿਉਂਕਿ ਕਰਮ ਵੀ ਜਿਹੜੇ ਨੇ ਨਾ, ਹੁਣ ਸਕਾਮ ਕਰਮ ਹੁੰਦੇ ਸਹਿਤ ਕਾਮਨਾ ਦੇ ਕਰਨੇ, ਨਿਸ਼ਕਾਮ ਹੁੰਦੇ ਨੇ ਉਹ ਕਰਮ ਜਿਹੜੇ ਆਪਾਂ ਕਾਮਨਾ ਤੋਂ ਰਹਿਤ ਹੋ ਕੇ ਕਰਦੇ ਹਾਂ। ਕਰਮ ਹੀ ਆਵਾ ਕੱਪੜਾ, ਫਿਰ ਇਹ ਨਿਸ਼ਕਾਮ ਕਰਮਾਂ ਦੇ ਕਰਨ ਨਾਲ ਪ੍ਰੇਮ ਰੂਪੀ ਕੱਪੜਾ ਆ ਕੇ ਪ੍ਰਾਪਤ ਹੁੰਦਾ ਹੈ। ਨਦਰੀ ਮੋਖ ਦੁਆਰ, ਪਰਮਾਤਮਾ ਦੀ ਕਿਰਪਾ ਦ੍ਰਿਸ਼ਟੀ ਹੋਣ ਕਰਕੇ ਗੁਰਾਂ ਦੀ ਪ੍ਰਾਪਤੀ ਹੁੰਦੀ ਹੈ। ਇਹ ਇੱਕ ਇਸ ਤਰ੍ਹਾਂ ਚੈਨਲ ਬਣਦਾ ਕਿ ਨਦਰੀ ਕੌਣ ਹੈ? ਪਰਮਾਤਮਾ। ਨਦਰੀ ਪਰਮਾਤਮਾ ਦੀ ਕਿਰਪਾ ਦ੍ਰਿਸ਼ਟੀ ਹੋਣ ਕਰਕੇ ਗੁਰਾਂ ਦੀ ਪ੍ਰਾਪਤੀ ਹੁੰਦੀ। ਗੁਰਾਂ ਦੀ ਸੇਵਾ ਕਰਨ ਨਾਲ ਜਦ ਨਦਰੀ ਤੋਂ ਭਾਵ ਗੁਰਾਂ ਦੀ ਕਿਰਪਾ ਦ੍ਰਿਸ਼ਟੀ ਹੋਈ ਤਾਂ ਉਹਨਾਂ ਦੇ ਉਪਦੇਸ਼ ਸ਼ਰਵਣ ਦੁਆਰਾ ਮੰਨਣ, ਨਿਧਿਆਸਣ ਕੀਤਾ, ਤਦ ਮੁਕਤੀ ਦਾ ਦਰਵਾਜ਼ਾ ਜੋ ਬ੍ਰਹਮ ਗਿਆਨ ਉਹਦੀ ਪ੍ਰਾਪਤੀ ਹੋਈ। ਨਾਨਕ ਏਵਾ ਜਾਣੀਆਂ ਸਭ ਆਪੇ ਸਚਿਆਰ। ਫਿਰ ਮਹਾਰਾਜ ਕਹਿੰਦੇ ਸਾਰੇ ਕਿਤੇ ਸੰਸਾਰ ਨੂੰ ਤਾਂ ਆਪਾਂ ਝੂਠਾ ਜਾਣ ਲੈਂਦੇ ਹਾਂ ਤੇ ਇਹਦੇ ਵਿੱਚ ਜਿਹੜੀ ਜੋਤ ਹੈ ਉਹਨੂੰ ਜਾਣ ਲੈਂਦੇ ਹਾਂ ਕਿ ਅਸਲ ਕੰਮ ਤਾਂ ਉਹ ਜੋਤ ਕਰਦੀ। ਆਪਾਂ ਨੂੰ ਆ ਜਿਹੜੇ ਸਰੀਰ ਨਜ਼ਰ ਆਉਂਦੇ ਨੇ ਇਹ ਇੱਕ ਸੁਪਨਾ ਹੈ। ਇਹ ਹੁਣ ਤਾਂ ਨਹੀਂ ਪਤਾ ਲੱਗਦਾ, ਪਰ ਜਦੋਂ ਬੰਦੇ ਦੀ ਜ਼ਿੰਦਗੀ ਦੇ ਅੰਤਮ ਸਮੇਂ ਜੇ ਆ ਜਾਂਦੇ, ਨਾਲ ਦੇ ਕਈ ਸਾਥੀ ਚਲੇ ਜਾਂਦੇ ਨੇ, ਉਹਨਾਂ ਦੀ ਫੋਟੋ ਕੰਧ ਤੇ ਲੱਗ ਜਾਂਦੀ ਹੈ। ਕਿੱਥੇ ਆ ਹੁਣ? ਉਹ ਸੁਪਨਾ ਹੀ ਹੋ ਗਿਆ। ਕਹਿੰਦੇ ਆਪਾਂ ਵੀ ਸੁਪਨਾ ਹੀ ਹੋ ਜਾਣਾ। ਮਹਾਰਾਜ ਕਹਿੰਦੇ ਆਪਣਾ ਸਰੀਰ ਵੀ ਸੁਪਨਾ ਹੈ, ਸੰਸਾਰ ਵੀ ਸੁਪਨਾ ਹੈ, ਹਰ ਚੀਜ਼ ਸੁਪਨਾ ਹੈ। ਸਤਿਯੁਗ ਕਿੱਥੇ ਅੱਜ? ਧਰੂ ਪ੍ਰਹਿਲਾਦ ਹੁਣ ਉਦੋਂ ਹੋਏ ਸੀ, ਪਰ ਨਾਮ ਜਪਣ ਕਰਕੇ ਉਹਨਾਂ ਦਾ ਨਾਮ ਦੁਨੀਆ 'ਚ ਕਾਇਮ ਹੈ।